ਹੈਲੋ, ਹਾਂਜੀ ਦੋਸਤੋ, ਕਿਵੇਂ ਹੋ ਸਾਰੇ? ਉਮੀਦ ਕਰਦੇ ਹਾਂ ਕਿ ਵਧੀਆ ਹੋਵੋਗੇ। ਵੈਲਕਮ ਹੈ ਤੁਹਾਡਾ ਸਾਡੀ ਸੰਪੰਨ ਅਕੈਡਮੀ ਦੇ ਵਿੱਚ। ਅੱਜ ਅਸੀਂ ਡਿਸਕਸ ਕਰਨ ਜਾ ਰਹੇ ਹਾਂ ਕਰੰਟ ਅਫੇਅਰ 10 ਅਕਤੂਬਰ 2020 ਦੇ। ਅੱਜ ਸਾਡੀ ਪਹਿਲੀ ਨਿਊਜ਼ ਕੀ ਕਹਿੰਦੀ ਹੈ? ਕਹਿੰਦੇ ਕਿਹੜੇ ਆਰਗੇਨਾਈਜੇਸ਼ਨ ਨੂੰ ਇਸ ਵਾਰੀ ਨੋਬਲ ਪੀਸ ਪ੍ਰਾਈਜ਼ ਅਵਾਰਡ ਮਿਲਿਆ? ਕਾਹਦਾ ਨੋਬਲ ਪੀਸ ਪ੍ਰਾਈਜ਼ ਅਵਾਰਡ 2020? ਹਾਂਜੀ, ਕਿਹਨਾਂ ਨੂੰ ਮਿਲਿਆ ਜੀ? ਵਰਲਡ ਫੂਡ ਪ੍ਰੋਗਰਾਮ ਨੂੰ ਮਿਲਿਆ। ਇਹ ਅਵਾਰਡ ਪੀਸ ਪ੍ਰਾਈਜ਼ ਕਿੱਥੇ ਦਿੱਤਾ ਜਾਂਦਾ ਹੈ? ਨਾਰਵੇ ਦੀ ਕੈਪੀਟਲ ਓਸਲੋ ਦੇ ਵਿੱਚ। ਠੀਕ ਹੈ ਜੀ, ਨਾਰਵੇ ਦੀ ਕੈਪੀਟਲ ਓਸਲੋ ਦੇ ਵਿੱਚ ਇਹ ਇਨਾਮ ਦਿੱਤਾ ਜਾਂਦਾ ਹੈ। ਇਹ ਇਕਲੌਤਾ ਪੀਸ ਪ੍ਰਾਈਜ਼ ਹੈ, ਸਿਰਫ ਇੱਕ ਪੀਸ ਪ੍ਰਾਈਜ਼ ਹੈ ਅਲਫਰੈਡ ਨੋਬਲ ਦੇ ਦੁਆਰਾ ਸਟਾਰਟ ਕੀਤੇ ਗਏ ਪ੍ਰਾਈਜ਼ਿਜ਼ 'ਚੋਂ, ਜਿਹੜਾ ਨਾਰਵੇ ਦੇ ਵਿੱਚ ਦਿੱਤਾ ਜਾਂਦਾ ਹੈ, ਨਾਰਵੇਜਨ ਕੰਟਰੀ ਦੇ ਵਿੱਚ। ਬਾਕੀ ਸਾਰੇ ਜਿਹੜੇ ਪ੍ਰਾਈਜ਼ ਹੈ ਕਿੱਥੇ ਦਿੱਤੇ ਜਾਂਦੇ ਹੈ? ਸਟਾਕਹੋਮ ਦੇ ਵਿੱਚ। ਸਟਾਕਹੋਮ ਕਿਹਦੀ ਰਾਜਧਾਨੀ ਹੈ ਜੀ? ਸਵੀਡਨ ਦੀ। ਠੀਕ ਹੈ ਬੱਚੇ। ਕਿਹੜੇ ਡਿਪਾਰਟਮੈਂਟ ਨੂੰ ਦਿੱਤਾ ਹੈ? ਵਰਲਡ ਫੂਡ ਪ੍ਰੋਗਰਾਮ ਨੂੰ ਦਿੱਤਾ ਹੈ। ਅੱਜ ਸਾਡੀ ਸੈਕਿੰਡ ਨਿਊਜ਼ ਕਹਿੰਦੇ ਕਿਹੜੀ ਯੂਟੀ ਸਟੇਟ ਦੀ ਸਰਕਾਰ ਨੇ ਅਲਾਓ ਕੀਤਾ ਕਿ ਤੁਸੀਂ 24 ਘੰਟੇ ਆਪਣਾ ਰੈਸਟੋਰੈਂਟ ਖੋਲ੍ਹ ਕੇ ਰੱਖ ਸਕਦੇ ਹੋ। ਹੁਣ ਇਹ ਕਿਹੜੀ ਸਟੇਟ ਦੀ ਸਰਕਾਰ ਨੇ ਕੀਤਾ? ਦਿੱਲੀ ਦੀ ਸਰਕਾਰ ਨੇ। ਦਿੱਲੀ 'ਚ ਕਿਹਦੀ ਸਰਕਾਰ ਹੈ? ਅਰਵਿੰਦ ਕੇਜਰੀਵਾਲ ਦੀ। ਜਿਵੇਂ ਤੁਹਾਨੂੰ ਸਭ ਨੂੰ ਪਤਾ ਹੋਣਾ, ਅਰਵਿੰਦ ਕੇਜਰੀਵਾਲ ਦੀ ਸਰਕਾਰ ਹੈ। ਠੀਕ ਹੈ। ਹੁਣ ਅਰਵਿੰਦ ਕੇਜਰੀਵਾਲ ਨੇ ਫੈਸਲਾ ਕਿਉਂ ਲਿਆ? ਕਿਉਂਕਿ ਕਹਿੰਦੇ ਕਰੋਨਾ ਵਾਇਰਸ ਕਰਕੇ, ਕੋਵਿਡ ਕਰਕੇ ਸਾਰਿਆਂ ਨੂੰ ਸਾਹਮਣਾ ਕਰਨਾ ਪਿਆ ਪੈਂਡੇਮਿਕ ਦਾ। ਕਾਫੀ ਭੁੱਖਮਰੀ ਹੋ ਗਈ। ਹੁਣ ਪਹਿਲੇ ਤਾਂ ਦਿੱਲੀ ਨੇ ਟਾਈਮ ਲਾਈਨ ਲਾਇਆ ਸੀ ਕਿ ਹਾਂਜੀ 6 ਘੰਟੇ 4 ਘੰਟੇ ਇੰਨਾ ਟਾਈਮ ਖੋਲ੍ਹ ਸਕਦੇ ਹੋ। ਹੁਣ ਕਹਿੰਦੇ ਜਿਹੜਾ ਤੁਸੀਂ ਪਿੱਛੇ ਨੁਕਸਾਨ ਸਹਿਣ ਕੀਤਾ ਉਹਦਾ ਭੁਗਤਾਨ ਕਰ ਸਕਦੇ ਹੋ। ਠੀਕ ਹੈ, 24 ਘੰਟੇ ਖੋਲ੍ਹ ਸਕਦੇ ਹੋ ਰੈਸਟੋਰੈਂਟ ਆਪਣੇ, ਜਿਸ ਨਾਲ ਕਿ ਜਿਹੜਾ ਤੁਹਾਡਾ ਪਿੱਛੇ ਵਾਲਾ ਲੋਸ ਹੈ ਉਹਨੂੰ ਬੀਅਰ ਤੁਸੀਂ ਆਰਾਮ ਨਾਲ ਕਰ ਸਕਦੇ ਹੋ, ਕਵਰ ਕਰ ਸਕਦੇ ਹੋ। ਕਲੀਅਰ? ਦਿੱਲੀ 'ਚ ਆਪਣਾ ਗਵਰਨਰ ਕੌਣ ਹੈ ਜੀ? ਅਨਿਲ ਬੈਜਾਲ। CM ਜਿਵੇਂ ਆਪਾਂ ਡਿਸਕਸ ਕਰ ਚੁੱਕੇ ਅਰਵਿੰਦ ਕੇਜਰੀਵਾਲ। ਕੇਰਲਾ ਦੇ ਵਿੱਚ ਆਪਣਾ CM ਕੌਣ ਹੈ? ਪਿਨਾਰਾਈ ਵਿਜੇਯਨ। ਠੀਕ ਹੈ, ਕੌਣ ਹੈ? ਪਿਨਾਰਾਈ ਵਿਜੇਯਨ। ਗਵਰਨਰ ਕੌਣ ਹੈ? ਆਰਿਫ ਮੁਹੰਮਦ ਖਾਨ। ਕੌਣ ਹੈ? ਆਰਿਫ ਮੁਹੰਮਦ ਖਾਨ। ਫਿਰ ਗੱਲ ਕਰਦੇ ਹਾਂ ਕਰਨਾਟਕਾ ਦੀ। ਕਰਨਾਟਕਾ 'ਚ ਆਪਣਾ CM ਕੌਣ ਹੈ? BS ਯਾਦਾਰੱਪਾ। BS ਯਾਦੂਰੱਪਾ। ਵੈਸਟ ਬੰਗਾਲ 'ਚ ਕਿਹਦੀ ਸਰਕਾਰ ਹੈ? ਮਮਤਾ ਬੈਨਰਜੀ ਦੀ। ਕਿਹਦੀ ਹੈ? ਮਮਤਾ ਬੈਨਰਜੀ ਦੀ। ਗਵਰਨਰ ਕੌਣ ਹੈ ਵੈਸਟ ਬੰਗਾਲ ਦਾ? ਜਗਦੀਪ ਧਨਕਾਰ। ਹੁਣ ਇੱਕ ਗੱਲ ਧਿਆਨ ਰੱਖਣਾ ਬੱਚਿਓ, ਵੈਸਟ ਬੰਗਾਲ ਦੀ ਆਪਾਂ ਗੱਲ ਕਰਦੇ ਹਾਂ, ਜ਼ਰੂਰੀ ਨਹੀਂ ਕਿ ਵੈਸਟ ਬੰਗਾਲ ਆਪਣੇ ਇੰਡੀਆ ਦੇ ਵੈਸਟ ਵਾਲੀ ਸਾਈਡ ਪੇ। ਹੁਣ ਆਪਣਾ ਨਾਰਥ ਹੈ, ਸਾਊਥ ਹੈ, ਵੈਸਟ ਹੈ, ਇਹ ਈਸਟ ਹੈ। ਹੁਣ ਬੱਚੇ ਸਭ ਤੋਂ ਜ਼ਿਆਦਾ ਕਿਸੇ 'ਚ ਕਨਫਿਊਜ਼ ਹੁੰਦੇ ਹੈ ਕਿਹੜਾ ਵੈਸਟ ਹੈ ਕਿਹੜਾ ਈਸਟ ਹੈ। ਇਹਦੀ ਟ੍ਰਿਕ ਕੀ ਹੈ? ਆਪਾਂ ਕੀ ਕਹਿੰਦੇ ਹਾਂ? ਵੀ ਹੈ ਨਾ, ਵੀ ਲਵ ਇੰਡੀਆ, ਕੁਛ ਵੀ ਲਾ ਲਓ, ਵੀ ਇੱਦਾਂ ਤੁਸੀਂ ਯਾਦ ਰੱਖ ਸਕਦੇ ਹੋ। ਖੱਬੇ ਪਾਸੇ ਆਪਣਾ ਵੈਸਟ ਆਉਂਦਾ, ਸੱਜੇ ਕੀ ਆਉਂਦਾ? ਈਸਟ। ਠੀਕ ਹੈ। ਹੁਣ ਆਪਾਂ ਕਿਹਦੀ ਗੱਲ ਕਰ ਰਹੇ ਸੀ? ਵੈਸਟ ਬੰਗਾਲ। ਵੈਸਟ ਬੰਗਾਲ ਆਪਾਂ ਇਹ ਨਹੀਂ ਕਹਾਂਗੇ ਹਾਂਜੀ ਵੈਸਟ ਬੰਗਾਲ ਹੈ ਤਾਂ ਵੈਸਟ ਵਾਲੀ ਸਾਈਡ ਹੋਏਗਾ, ਨਹੀਂ। ਵੈਸਟ ਬੰਗਾਲ ਕਿੱਧਰਲੀ ਸਾਈਡ ਹੈ? ਆਪਣਾ ਈਸਟ ਵਾਲੀ ਸਾਈਡ। ਜੋ ਤੁਸੀਂ ਇੰਡੀਆ ਦਾ ਮੈਪ ਦੇਖੋਗੇ ਤਾਂ ਇੰਡੀਆ ਦੇ ਮੈਪ ਦੇ ਵਿੱਚ ਇੱਧਰ ਨੂੰ ਕਰਕੇ ਵੈਸਟ ਬੰਗਾਲ ਹੈ ਆਪਣਾ। ਠੀਕ ਹੈ। ਹਾਂਜੀ, ਇਸ ਵਿੱਚ ਕਹਿੰਦੇ ਵੈਸਟ ਬੰਗਾਲ 'ਚ ਕਿਹਦੀ ਸਰਕਾਰ ਹੈ? ਆਪਣੀ ਮਮਤਾ ਬੈਨਰਜੀ ਦੀ। ਕਹਿੰਦੇ ਮਮਤਾ ਬੈਨਰਜੀ ਨੇ ਇਸ ਵਾਰੀ ਕੀ ਕੀਤਾ ਹੈ? ਵੈਸਟ ਬੰਗਾਲ 'ਚ ਐਲਾਨ ਕੀਤਾ ਹੈ ਕਿ ਜਿਹੜੇ ਆਪਣੇ ਹੁਣ ਨਵਰਾਤਰੇ ਸ਼ੁਰੂ ਹੋਣ ਲੱਗੇ ਹੈ, ਉਸ ਟਾਈਮ ਕੀ ਹੈ? ਵੈਸਟ ਬੰਗਾਲ ਦੁਰਗਾ ਪੂਜਾ ਹੁੰਦੀ ਹੈ। ਤਾਂ ਮਮਤਾ ਬੈਨਰਜੀ ਦੀ ਸਰਕਾਰ ਦੇ ਦੁਆਰਾ ਜਿੰਨੇ ਵੀ ਪੰਡਾਲ ਲੱਗਣਗੇ ਨਵਰਾਤਰੇ ਦੇ ਟਾਈਮ, ਮਮਤਾ ਬੈਨਰਜੀ ਸਰਕਾਰ ਕਿੰਨੀ ਉਹਨਾਂ ਨੂੰ ਧਨ ਰਾਸ਼ੀ ਦੇਗੀ? 50,000 ਹਰੇਕ ਪੰਡਾਲ ਨੂੰ। ਠੀਕ ਹੈ। ਇੱਕ ਹੋਰ ਮਮਤਾ ਬੈਨਰਜੀ ਦੀ ਸਕੀਮ ਹੈ ਮਾਤਰ ਸਮ੍ਰਿਤੀ ਸਕੀਮ। ਮਾਤਰ ਸਮ੍ਰਿਤੀ ਸਕੀਮ। ਇਹਦੇ ਵਿੱਚ ਕੀ ਕਹਿੰਦੇ ਉਹਨੇ 6 ਡਿਸਟ੍ਰਿਕਟ ਐਕਵਾਇਰ ਕੀਤੇ ਹੈ, ਜਿਸ ਦੇ ਵਿੱਚ 2.5 ਲੱਖ ਲੋਕਾਂ ਨੂੰ ਰੁਜ਼ਗਾਰ ਮਿਲੇਗਾ। ਠੀਕ ਹੈ। ਇਹਦੇ ਵਿੱਚ ਕੀ ਕਰਨਗੇ? ਪਿੰਡ ਸਾਰੇ ਜਿਹੜੇ 6 ਡਿਸਟ੍ਰਿਕਟ ਐਕਵਾਇਰ ਕਰਕੇ ਕੀ ਕਰਨਗੇ? ਮੱਛੀ ਪਾਲਣ ਕਰਨਗੇ। ਠੀਕ ਹੈ। ਵੈਸਟ ਬੰਗਾਲ 'ਚ ਜਿਹੜੀ ਬੇਰੁਜ਼ਗਾਰੀ ਹੈ ਉਹਦੇ ਵਿੱਚ 2.5 ਲੱਖ ਲੋਕਾਂ ਨੂੰ ਰੁਜ਼ਗਾਰ ਮਿਲੇਗਾ। ਜਿਹੜਾ ਪਿੱਛੇ ਕਰੋਨਾ ਦਾ ਟਾਈਮ ਕਰਕੇ ਉਹ ਲੋਕਾਂ ਨੂੰ ਨੁਕਸਾਨ ਹੋਇਆ ਤਾਂ ਇਸ ਵਿੱਚ ਉਹ ਰੁਜ਼ਗਾਰ ਦੇ ਕੇ ਮਮਤਾ ਬੈਨਰਜੀ ਸਰਕਾਰ ਉਹਨਾਂ ਦੀ ਮਦਦ ਕਰੇਗੀ। ਫਿਰ ਆਉਂਦੇ ਹਾਂ ਆਪਣੀ ਥਰਡ ਨਿਊਜ਼ 'ਤੇ। ਥਰਡ ਨਿਊਜ਼ ਕੀ ਕਹਿੰਦੀ ਹੈ? ਕਹਿੰਦੇ ਕਿਹੜੀ ਆਰਗੇਨਾਈਜੇਸ਼ਨ ਨੇ ਲੋਨ ਅਪਰੂਵ ਕੀਤਾ ਹੈ? ਕਿੰਨਾ? $241 ਮਿਲੀਅਨ ਲੋਨ ਅਪਰੂਵ ਕੀਤਾ ਹੈ। ਕਾਹਦੇ ਲਈ? ਮੁੰਬਈ ਮੈਟਰੋ ਰੇਲ ਪ੍ਰੋਜੈਕਟ ਲਈ। ਠੀਕ ਹੈ। ਕਿੰਨੇ ਅਪਰੂਵ ਕੀਤਾ ਹੈ ਲੋਨ? ਨਿਊ ਡਿਵੈਲਪਮੈਂਟ ਬੈਂਕ ਨੇ। ਨਿਊ ਡਿਵੈਲਪਮੈਂਟ ਬੈਂਕ ਨੇ ਇੱਕ ਪਹਿਲਾਂ ਵੀ ਲੋਨ ਅਪਰੂਵ ਕੀਤਾ। ਕਾਹਦੇ ਲਈ ਕੀਤਾ ਸੀ? ਉਹ ਵੀ ਰੈਪਿਡ ਟ੍ਰਾਂਜ਼ਿਟ ਸਿਸਟਮ ਟ੍ਰੇਨ ਲੋਨ ਕੀਤਾ ਸੀ। ਠੀਕ ਹੈ, ਪਾਸ। ਰੈਪਿਡ ਟ੍ਰਾਂਜ਼ਿਟ ਸਿਸਟਮ ਟ੍ਰੇਨ ਲੋਨ ਪਾਸ ਕੀਤਾ ਸੀ। ਕਿਹਦੇ ਦੁਆਰਾ? ਇਹ ਵੀ NDB ਦੇ ਦੁਆਰਾ ਕੀਤਾ ਗਿਆ ਸੀ। ਠੀਕ ਹੈ। ਇਹ ਟ੍ਰੇਨ ਦਾ ਕਿੰਨਾ ਸਫ਼ਰ ਸੀ? ਦਿੱਲੀ ਤੋਂ ਮੇਰਠ ਤੱਕ। ਉਸ ਟਾਈਮ ਇਹਨਾਂ ਨੇ ਕਿੰਨਾ ਪਾਸ ਕੀਤਾ ਸੀ? $500 ਮਿਲੀਅਨ। ਹੁਣ ਗੱਲ ਕਰਦੇ ਹਾਂ NDB ਦਾ ਹੈੱਡਕੁਆਟਰ ਕਿੱਥੇ ਹੈ? ਸ਼ੰਘਾਈ ਦੇ ਵਿੱਚ। NDB ਦੀ ਐਸਟੈਬਲਿਸ਼ਮੈਂਟ ਈਅਰ ਕੀ ਹੈ? 2014। ਠੀਕ ਹੈ। ਆਪਣਾ NDB ਦਾ ਪ੍ਰੈਜ਼ੀਡੈਂਟ ਕੌਣ ਹੈ? ਮਾਰਕੋਸ ਤਿਓਬਜੋ। ਫਿਰ ਗੱਲ ਕਰਦੇ ਹਾਂ ਇਹ ਜਿਹੜਾ ਮਾਰਕੋਸ ਤਿਓਬਜੋ ਹੈ
ਕਿਹੜੀ ਕੰਟਰੀ ਤੋਂ ਬਿਲੋਂਗ ਕਰਦਾ ਹੈ? ਬ੍ਰਾਜ਼ੀਲ। ਕਿੱਥੋਂ? ਬ੍ਰਾਜ਼ੀਲ। ਠੀਕ ਹੈ। ਜਿਹੜਾ ਪ੍ਰੈਜ਼ੀਡੈਂਟ ਹੈ ਮਾਰਕੋਸ ਟੋਜੋ, ਕਿਹੜੇ ਬੰਦੇ ਨੂੰ ਸਕਸੀਡ ਕਰਕੇ ਇੱਥੇ ਪਹੁੰਚਿਆ? ਪ੍ਰੈਜ਼ੀਡੈਂਟ ਬਣਿਆ KV ਕਾਮਤ। ਕਿਹਨੂੰ? KV ਕਾਮਤ ਨੂੰ ਸਕਸੀਡ ਕਰਕੇ NDP ਦਾ ਨਿਊ ਪ੍ਰੈਜ਼ੀਡੈਂਟ ਬਣਿਆ। ਠੀਕ ਹੈ। ਹਾਂਜੀ, ਫਿਰ ਗੱਲ ਕਰਦੇ ਹਾਂ ਏਸ਼ੀਅਨ ਡਿਵੈਲਪਮੈਂਟ ਬੈਂਕ ਦੀ। ਏਸ਼ੀਅਨ ਡਿਵੈਲਪਮੈਂਟ ਬੈਂਕ ਦਾ ਹੈੱਡਕੁਆਟਰ ਕਿੱਥੇ ਹੈ? ਮੰਡਾਲੂ ਯਾਂਗ। ਇਹ ਕਿੱਧਰ ਹੋਇਆ? ਫਿਲੀਪਾਈਨਸ। ਫਿਲੀਪਾਈਨਸ ਦੀ ਰਾਜਧਾਨੀ ਮਨੀਲਾ। ਠੀਕ ਹੈ। ਇਹਨਾਂ ਦੇ ਪ੍ਰੈਜ਼ੀਡੈਂਟ ਕੌਣ ਹੈ ਜੀ? ਮਸਾਤਸੁਗੂ ਅਸਕਾਵਾ। ਮਸਾਤਸੁਗੂ ਅਸਕਾਵਾ। ਫਿਰ ਆਉਂਦੇ ਹਾਂ ਵਰਲਡ ਬੈਂਕ ਦੇ। ਵਰਲਡ ਬੈਂਕ ਦਾ ਹੈੱਡਕੁਆਟਰ ਕਿੱਥੇ ਹੈ? ਵਾਸ਼ਿੰਗਟਨ DC। ਕਿੱਧਰ ਹੈ? ਵਾਸ਼ਿੰਗਟਨ DC। ਇਹਨਾਂ ਦਾ ਪ੍ਰੈਜ਼ੀਡੈਂਟ ਡੇਵਿਡ ਮਾਲਪਾਸ। ਡੇਵਿਡ ਮਾਲਪਾਸ। IMF ਦਾ ਹੈੱਡਕੁਆਟਰ ਵੀ ਕਿੱਥੇ ਹੈ? ਵਾਸ਼ਿੰਗਟਨ DC। ਇਸਦਾ ਪ੍ਰੈਜ਼ੀਡੈਂਟ ਦਾ ਨਾਮ ਕੀ ਹੈ? ਕ੍ਰਿਸਟਾਲੀਨਾ ਜੋਰਜੇਵਾ। ਕ੍ਰਿਸਟਾਲੀਨਾ ਜੋਰਜੇਵਾ। ਫਿਰ ਆਉਂਦੇ ਹਾਂ ਆਪਣੀ ਫੋਰਟ ਨਿਊਜ਼ 'ਤੇ। ਫੋਰਟ ਨਿਊਜ਼ ਕੀ ਕਹਿੰਦੇ? ਕਹਿੰਦੇ ਕਿਹੜੀ ਯੂਨੀਅਨ ਮਿਨਿਸਟਰ ਨੇ ਲਾਂਚ ਕੀਤਾ ਹੈ ਸਭ ਤੋਂ ਪਹਿਲਾ ਬ੍ਰਾਂਡ ਲੋਗੋ? ਕਾਹਦਾ? ਇੰਡੀਆ ਕਾਟਨ ਦਾ। ਆਪਣੀ ਇੰਡੀਆ ਦੇ ਵਿੱਚ ਕਾਟਨ ਦਾ, ਕਪਾਹ ਦਾ, ਠੀਕ ਹੈ, ਸਭ ਤੋਂ ਪਹਿਲਾਂ ਬ੍ਰਾਂਡ ਲੋਗੋ ਬਣਿਆ। ਇਹ ਕਿੰਨੇ ਲਾਂਚ ਕੀਤਾ? ਸਮ੍ਰਿਤੀ ਇਰਾਨੀ। ਸਮ੍ਰਿਤੀ ਇਰਾਨੀ 2 ਡਿਪਾਰਟਮੈਂਟ ਦੀ ਮਿਨਿਸਟਰੀ ਸੰਭਾਲਦੇ ਹੈ। ਕਿਹੜੀ ਕਿਹੜੀ? ਇੱਕ ਤਾਂ ਵੂਮੈਨ ਚਾਈਲਡ ਡਿਵੈਲਪਮੈਂਟ ਦੀ, ਦੂਜੀ ਟੈਕਸਟਾਈਲ ਦੀ। ਵੂਮੈਨ ਚਾਈਲਡ ਡਿਵੈਲਪਮੈਂਟ, ਹੁਣ ਤੁਸੀਂ ਇਹਦੀ ਟ੍ਰਿਕ ਕਿਵੇਂ ਲਾ ਸਕਦੇ ਹੋ? ਸਮ੍ਰਿਤੀ ਇਰਾਨੀ ਲੇਡੀ ਹੈ, ਹੋ ਗਈ ਵੂਮੈਨ ਡਿਪਾਰਟਮੈਂਟ ਦੀ। ਨਾਲ ਵੂਮੈਨ ਦੇ ਨਾਲ ਆਪਾਂ ਕੀ ਲਿੰਕ ਕਰਦੇ ਹਾਂ? ਚਾਈਲਡ। ਮੇਲ ਦੇ ਨਾਲ ਘੱਟ ਕਰਦੇ ਹਾਂ, ਵੂਮੈਨ ਦੇ ਨਾਲ ਜ਼ਿਆਦਾ ਕਰਦੇ ਹਾਂ। ਵੂਮੈਨ ਐਂਡ ਚਾਈਲਡ ਡਿਵੈਲਪਮੈਂਟ, ਦਿਸ ਇਜ਼ ਅ 1 ਡਿਪਾਰਟਮੈਂਟ। ਦੂਜਾ, ਸ਼ੀ ਆਲਵੇਜ਼ ਵੇਅਰ ਸਾੜੀ। ਹਮੇਸ਼ਾ ਸਾੜੀ ਪਾ ਕੇ ਰੱਖਦੇ ਆ, ਉਹਨਾਂ ਨੂੰ ਤੁਸੀਂ ਕੀ ਲਿੰਕ ਕਰ ਸਕਦੇ ਹੋ? ਟੈਕਸਟਾਈਲ। ਠੀਕ ਹੈ। ਸੋ ਇਹ 2 ਡਿਪਾਰਟਮੈਂਟ ਸੰਭਾਲਦੇ ਆ, ਇੱਕ ਤਾਂ ਵੂਮੈਨ ਐਂਡ ਚਾਈਲਡ ਡਿਵੈਲਪਮੈਂਟ, ਦੂਜਾ ਆਪਣਾ ਟੈਕਸਟਾਈਲ। ਹਾਂਜੀ, ਫਿਰ ਆਉਂਦੇ ਆ, ਕਹਿੰਦੇ ਸਭ ਤੋਂ ਪ੍ਰੀਮੀਅਮ ਕੁਆਲਿਟੀ ਦੀ ਕਾਟਨ, ਉਸ ਨੂੰ ਕੀ ਨਾਮ ਦਿੱਤਾ ਗਿਆ? ਕਸਤੂਰੀ ਕਾਟਨ। ਜਿਹੜੇ ਆਪਣੇ ਇੰਡੀਆ ਦੀ ਕਾਟਨ ਹੈ ਹੁਣ ਕਿਸ ਨਾਮ ਨਾਲ ਜਾਣੀ ਜਾਏਗੀ? ਕਸਤੂਰੀ ਕਾਟਨ। ਠੀਕ ਹੈ। ਹੁਣ ਆਪਣਾ ਵਰਲਡ ਕਾਟਨ ਡੇ ਕਦੋਂ ਮਨਾਇਆ ਜਾਂਦਾ ਹੈ? 7 ਅਕਤੂਬਰ। 7 ਅਕਤੂਬਰ, ਜਿਹੜਾ ਅਸੀਂ ਹੁਣੀ 2 ਦਿਨ ਪਹਿਲੇ ਮਨਾ ਕੇ ਹਟੇ ਹਾਂ। ਠੀਕ ਹੈ ਜੀ। ਫਿਰ ਗੱਲ ਕਰਦੇ ਹਾਂ, ਨਿਤਿਨ ਗਡਕਰੀ ਕੋਲ 3 ਡਿਪਾਰਟਮੈਂਟ ਹੈ। ਕਿਹੜੇ 3 ਡਿਪਾਰਟਮੈਂਟ ਦੀ ਮਿਨਿਸਟਰੀ ਸੰਭਾਲਦੇ ਹੈ? ਮਿਨਿਸਟਰੀ ਆਫ ਸ਼ਿਪਿੰਗ, ਮਿਨਿਸਟਰੀ ਆਫ MSME, ਮਾਈਕਰੋ ਸਮਾਲ ਐਂਡ ਮੀਡੀਅਮ ਇੰਟਰਪ੍ਰਾਈਜ਼ ਜਿਹਨੂੰ ਆਪਾਂ ਕਹਿੰਦੇ ਹਾਂ, ਐਂਡ ਮਿਨਿਸਟਰੀ ਆਫ ਰੋਡ ਟਰਾਂਸਪੋਰਟ ਐਂਡ ਹਾਈਵੇ। ਕਲੀਅਰ? ਪਿਊਸ਼ ਗੋਇਲ ਕੋਲ ਵੀ 2 ਮਿਨਿਸਟਰੀਜ਼ ਹੈ। ਕਿਹੜੀ ਕਿਹੜੀ? ਮਿਨਿਸਟਰੀ ਆਫ ਰੇਲਵੇ ਐਂਡ ਕਾਮਰਸ ਇੰਡਸਟਰੀ। ਜਿਹੜੀ ਮਿਨਿਸਟਰੀ ਆਫ ਰੇਲਵੇ ਹੈ ਬਹੁਤ ਇੰਪੋਰਟੈਂਟ ਹੈ, ਆਪਣੇ ਪੇਪਰ ਦੇ ਵਿੱਚ ਬਹੁਤ ਦੇਖਣ ਨੂੰ ਮਿਲਦੀ ਹੈ। ਫਿਰ ਗੱਲ ਕਰਦੇ ਹਾਂ ਪ੍ਰਕਾਸ਼ ਜਾਵੇਦਕਰ, ਇਹਨਾਂ ਕੋਲ ਵੀ 3 ਮਿਨਿਸਟਰੀਜ਼ ਹੈ। ਕਿਹੜੀ ਕਿਹੜੀ ਮਿਨਿਸਟਰੀ ਸੰਭਾਲਦੇ ਹੈ? ਮਿਨਿਸਟਰੀ ਆਫ ਇਨਵਾਇਰਮੈਂਟ, ਫੋਰੈਸਟ ਐਂਡ ਕਲਾਈਮੇਟ ਚੇਂਜ, ਮਿਨਿਸਟਰੀ ਆਫ ਇਨਫੋਰਮੇਸ਼ਨ ਐਂਡ ਬ੍ਰੌਡਕਾਸਟਿੰਗ, ਤੀਜੀ ਮਿਨਿਸਟਰੀ ਆਫ ਹੈਵੀ ਇੰਡਸਟਰੀਜ਼ ਐਂਡ ਪਬਲਿਕ ਇੰਟਰਪ੍ਰਾਈਜ਼ਜ਼। ਕਲੀਅਰ ਹੈ ਜੀ? ਹਾਂਜੀ। ਅੱਗੇ ਗੱਲ ਕਰਦੇ ਹਾਂ ਆਪਣੇ 5th ਕੁਐਸਚਨ ਦੀ। ਕਹਿੰਦੇ ਹੂ ਇਜ਼ ਰਿਪਰੈਜ਼ੈਂਟਿੰਗ ਇੰਡੀਆ ਇਨ ਕੁਆਡ? ਕੁਆਡ ਦੀ ਫੁੱਲ ਫਾਰਮ ਕੁਆਡਰੀਲੇਟਰਲ ਸਿਕਿਉਰਿਟੀ ਡਾਇਲੋਗ। ਕਹਿੰਦੇ ਕਿੰਨੇ ਰਿਪਰੈਜ਼ੈਂਟ ਕੀਤੀ ਕੁਆਡ ਦੀ ਮੀਟਿੰਗ, ਜਿਹੜੀ ਕਿ ਹੁਣ ਰੀਸੈਂਟਲੀ ਆਪਣੀ 2020 'ਚ ਹੋਈ ਹੈ? ਕਿਹਨਾਂ ਨੇ ਕੀਤੀ ਹੈ? S ਜੈਸ਼ੰਕਰ। S ਜੈਸ਼ੰਕਰ ਨੇ ਕੀਤੀ ਹੈ। ਇਸ ਦੇ ਵਿੱਚ ਕਿਹੜੀ ਕਿਹੜੀ ਕੰਟਰੀਜ਼ ਨੇ ਪਾਰਟ ਲਿੱਤਾ ਸੀ? 4 ਕੰਟਰੀਜ਼, ਜਾਪਾਨ, ਇੰਡੀਆ, US, ਆਸਟ੍ਰੇਲੀਆ। ਕਲੀਅਰ ਹੈ ਜੀ? ਹਾਂਜੀ। ਹੁਣ ਗੱਲ ਕਰਦੇ ਹਾਂ ਜਿਹੜੇ S ਜੈਸ਼ੰਕਰ ਹੈ ਉਹ ਕਿਹੜੀ ਮਿਨਿਸਟਰੀ ਸੰਭਾਲਦੇ ਹੈ? ਐਕਸਟਰਨਲ ਅਫੇਅਰ ਮਿਨਿਸਟਰ। ਠੀਕ ਹੈ, ਐਕਸਟਰਨਲ ਅਫੇਅਰ ਮਿਨਿਸਟਰ। ਹੁਣ ਇਹ ਜਿਹੜੀ ਮੀਟਿੰਗ ਹੈ ਕਿੱਥੇ ਹੋਈ ਸੀ? ਆਪਣੀ ਜਾਪਾਨ, ਜਾਪਾਨ ਦੀ ਰਾਜਧਾਨੀ ਟੋਕੀਓ। ਕਦੋਂ ਹੋਈ ਸੀ? 5 ਅਕਤੂਬਰ ਨੂੰ। ਠੀਕ ਹੈ ਜੀ। ਇਹਦੇ ਵਿੱਚ ਜਿਵੇਂ ਆਪਾਂ ਗੱਲ ਕੀਤੀ, ਕਿੰਨੀ ਕੰਟਰੀਜ਼ ਨੇ ਪਾਰਟੀਸਪੇਟ ਕੀਤਾ ਸੀ? 4। ਕੁਆਡ ਦਾ ਮਤਲਬ ਆਪਾਂ ਨੂੰ ਕੀ ਸ਼ੋ ਕਰਦਾ ਹੈ? 4। ਠੀਕ ਹੈ। ਜੇ ਅਗਰ ਆਪਾਂ ਥ੍ਰਾਈ ਦੀ ਗੱਲ ਕਰੀਏ ਉਹਦਾ ਮਤਲਬ ਕੀ ਹੁੰਦਾ ਹੈ? 3। ਠੀਕ ਹੈ ਜੀ। ਹੁਣ 4 ਕਿਹੜੀ ਕੰਟਰੀ ਸੀ ਆਪਣੀ? ਜਾਪਾਨ, ਇੰਡੀਆ, US, ਆਸਟ੍ਰੇਲੀਆ। ਹੁਣ ਗੱਲ ਕਰਦੇ ਹਾਂ ਜਾਪਾਨ। ਜਾਪਾਨ ਦੇ PM ਦਾ ਕੀ ਨਾਮ ਹੈ ਜੀ? ਯੋਸ਼ੀਦੇ ਸੁਗਾ। ਯੋਸ਼ੀਦੇ ਸੁਗਾ। ਠੀਕ ਹੈ ਜੀ। ਕਿਹੜੀ ਪਾਰਟੀ ਤੋਂ ਡੀਲ ਕਰਦੇ ਆ? ਲਿਬਰਲ ਡੈਮੋਕ੍ਰੇਟਿਕ ਪਾਰਟੀ। ਆਸਟ੍ਰੇਲੀਆ, ਦੂਜਾ ਕੌਣ ਸੀ ਪਾਰਟੀਸਪੈਂਟ? ਆਸਟ੍ਰੇਲੀਆ। ਆਸਟ੍ਰੇਲੀਆ ਦੇ PM ਦਾ ਨਾਮ ਸਕੌਟ ਮੈਨੀਸਨ। ਇਹ ਕਿਹੜੀ ਪਾਰਟੀ ਨਾਲ ਡੀਲ ਕਰਦੇ ਹੈ? ਲਿਬਰਲ ਪਾਰਟੀ। ਕਲੀਅਰ ਹੈ ਜੀ? ਤੀਜਾ ਆਪਣਾ ਪਾਰਟੀਸਪੈਂਟ ਸੀ ਅਮਰੀਕਾ। ਪ੍ਰੈਜ਼ੀਡੈਂਟ ਕੌਣ ਹੈ? ਡੋਨਲਡ ਟਰੰਪ। ਇੰਡੀਆ ਦਾ ਤਾਂ ਤੁਹਾਨੂੰ ਸਭ ਨੂੰ ਪਤਾ, ਜੋ ਕਿ ਇੱਕ 1 ਆਫ ਦ ਪਾਰਟੀਸਪੈਂਟਸ ਇਨ ਦ ਕੁਆਡ ਮੀਟਿੰਗ। ਹਾਂਜੀ। ਹੁਣ ਅੱਗੇ ਚੱਲਦੇ ਹਾਂ ਆਪਣੀ 6th ਨਿਊਜ਼ ਵੱਲ। ਕਹਿੰਦੇ ਰੀਸੈਂਟਲੀ ਕਿਹੜੀ ਸਟੇਟ ਦੀ ਸਰਕਾਰ ਨੇ MOU ਸਾਈਨ ਕੀਤਾ? ਕਿਹਦੇ ਨਾਲ? ਜ਼ੁਰੀਚ ਇੰਟਰਨੈਸ਼ਨਲ ਏਅਰਪੋਰਟ। ਦੈਟਸ ਅ ਵੈਰੀ ਇੰਪੋਰਟੈਂਟ ਕੁਐਸਚਨ, ਤੁਹਾਨੂੰ ਪੱਕਾ ਪੇਪਰ ਦੇਖਣ ਨੂੰ ਮਿਲੇਗਾ। ਜ਼ੁਰੀਚ ਇੰਟਰਨੈਸ਼ਨਲ ਏਅਰਪੋਰਟ ਕਿਹੜੀ ਸਟੇਟ ਦੀ ਸਰਕਾਰ ਨਾਲ ਇਹਨਾਂ ਨੇ MOU ਸਾਈਨ ਕੀਤਾ ਜੀ? ਉੱਤਰ ਪ੍ਰਦੇਸ਼ ਦੀ ਸਰਕਾਰ ਨਾਲ। ਠੀਕ ਹੈ। ਕਹਿੰਦੇ ਜਿਹੜਾ ਜ਼ੁਰੀਚ ਇੰਟਰਨੈਸ਼ਨਲ ਏਅਰਪੋਰਟ ਜਿਹੜਾ ਬਣਾ ਰਹੇ ਹੈ, ਉਹਨਾਂ ਨੇ ਇੱਕ ਹੋਰ ਇੰਟਰਨੈਸ਼ਨਲ ਏਅਰਪੋਰਟ ਬਣਾਉਣਾ ਹੈ। ਕਿੱਥੇ ਬਣਾਉਣਾ ਜੀ?
ਨੋਇਡਾ, ਜਿਹਦਾ ਨਾਮ ਹੋਏਗਾ ਨੋਇਡਾ ਇੰਟਰਨੈਸ਼ਨਲ 에ਅਰਪੋਰਟ। ਠੀਕ ਹੈ ਜੀ, ਉਹਨਾਂ ਨੇ ਵੀ ਜ਼ੁਰੀਚ ਇੰਟਰਨੈਸ਼ਨਲ 에ਅਰਪੋਰਟ ਨਾਲ ਹੀ ਟਾਈ ਅਪ ਕੀਤਾ ਹੈ। ਹੁਣ ਇਹ ਕਿੰਨੇ ਟਾਈਮ ਦਾ ਪ੍ਰੋਜੈਕਟ ਹੈ? 40 ਸਾਲ। 40 ਸਾਲ ਲਈ ਉਹਨਾਂ ਨੇ ਇੱਕ MOU ਸਾਈਨ ਕੀਤਾ, ਜਿਹਦੇ ਵਿੱਚ ਡਿਜ਼ਾਈਨ ਵੀ ਜ਼ੁਰੀਚ ਇੰਟਰਨੈਸ਼ਨਲ 에ਅਰਪੋਰਟ ਕਰੇਗਾ, ਆਪਰੇਟ ਵੀ ਇਹੀ ਕਰੇਗਾ। ਦੋਨੋਂ ਕੰਮ ਕਿਹਨਾਂ ਨੂੰ ਸੌਂਪਤੇ? ਜ਼ੁਰੀਚ ਇੰਟਰਨੈਸ਼ਨਲ 에ਅਰਪੋਰਟ ਨੂੰ। ਠੀਕ ਹੈ ਜੀ। ਹੁਣ ਇਹਦੀ ਔਰਗਨਾਈਜੇਸ਼ਨ ਕਿੱਥੇ ਹੈ? ਜ਼ੁਰੀਚ ਦਾ ਹੈੱਡਕੁਆਟਰ ਕਿੱਥੇ ਹੈ? ਸਵਿਟਜ਼ਰਲੈਂਡ ਦੇ ਵਿੱਚ। ਇਹ ਪਹਿਲਾ ਪ੍ਰੋਜੈਕਟ ਹੈ ਜਿਹੜਾ ਪਬਲਿਕ ਵੀ ਹੈ, ਪ੍ਰਾਈਵੇਟ ਵੀ ਹੈ। ਇਹ ਹੋ ਗਈ ਜ਼ੁਰੀਚ ਇੰਟਰਨੈਸ਼ਨਲ 에ਅਰਪੋਰਟ ਪ੍ਰਾਈਵੇਟ ਕੰਪਨੀ, ਨੋਇਡਾ ਇੰਟਰਨੈਸ਼ਨਲ 에ਅਰਪੋਰਟ ਪਬਲਿਕ ਕੰਪਨੀ। ਇਹ ਪਬਲਿਕ ਪ੍ਰਾਈਵੇਟ ਦੋਨਾਂ ਦਾ ਮਿਕਸ MOU ਸਾਈਨ ਕੀਤਾ। ਠੀਕ ਹੈ ਜੀ। ਹਾਂਜੀ, ਹੁਣ ਗੱਲ ਕਰਦੇ ਹਾਂ ਯੂਪੀ ਦੇ ਆਪਣੇ CM ਦਾ ਕੀ ਨਾਮ ਹੈ? ਯੋਗੀ ਆਦਿੱਤਿਆਨਾਥ, ਜੋ ਕਿ ਸਭ ਨੂੰ ਪਤਾ ਅੱਜ ਕੱਲ੍ਹ ਨਿਊਜ਼ ਕਾਫੀ ਚੱਲ ਰਿਹਾ ਯੂਪੀ ਦਾ। ਠੀਕ ਹੈ, ਹਾਥਰਸ ਵਾਲਾ ਕੇਸ। ਦੂਜਾ ਗਵਰਨਰ ਕੌਣ ਹੈ ਜੀ ਯੂਪੀ ਦਾ? ਆਨੰਦੀਬੇਨ ਪਟੇਲ। ਆਨੰਦੀਬੇਨ ਪਟੇਲ। ਮੱਧ ਪ੍ਰਦੇਸ਼ ਦਾ CM ਕੌਣ ਹੈ ਜੀ? ਸ਼ਿਵਰਾਜ ਸਿੰਘ ਚੌਹਾਨ। ਗਵਰਨਰ ਵੀ ਆਨੰਦੀਬੇਨ ਪਟੇਲ ਹੀ ਹੈ। ਆਨੰਦੀਬੇਨ ਪਟੇਲ 2 ਸਟੇਟਸ ਦੇ ਗਵਰਨਰ ਹੈ, ਇੱਕ ਤਾਂ ਯੂਪੀ ਦੀ, ਦੂਜਾ MP ਦੀ। ਫਿਰ ਗੱਲ ਕਰਦੇ ਹਾਂ ਗੋਆ ਦੇ CM ਦਾ ਕੀ ਨਾਮ ਹੈ? ਪ੍ਰਮੋਦ ਸਾਵੰਤ। ਕੀ ਨਾਮ ਹੈ? ਪ੍ਰਮੋਦ ਸਾਵੰਤ। ਗਵਰਨਰ ਦਾ ਕੀ ਨਾਮ ਹੈ ਜੀ? ਭਗਤ ਸਿੰਘ ਕੋਸ਼ਿਆਰੀ। ਛੱਤੀਸਗੜ੍ਹ ਦਾ CM ਦਾ ਕੀ ਨਾਮ ਹੈ ਜੀ? ਭੂਪੇਸ਼ ਬਘੇਲ। ਗਵਰਨਰ ਦਾ ਨਾਮ? ਛੱਤੀਸਗੜ੍ਹ ਦੇ ਗਵਰਨਰ ਦਾ ਕੀ ਨਾਮ ਹੈ ਜੀ? ਅਨੁਸੁਈਆ ਉਈਕੇ। ਠੀਕ ਹੈ ਜੀ। ਹਾਂਜੀ, ਹੁਣ ਅੱਗੇ ਚੱਲਦੇ ਹਾਂ। ਕਹਿੰਦੇ ਇਹ ਜਿਹੜਾ 에ਅਰਪੋਰਟ ਕਿੱਥੇ ਬਣਾਇਆ ਜਾਏਗਾ? ਨੋਇਡਾ ਇੰਟਰਨੈਸ਼ਨਲ 에ਅਰਪੋਰਟ ਕਿਹੜੇ 2 ਐਕਸਪ੍ਰੈਸ ਨੂੰ ਕਨੈਕਟ ਕਰੇਗਾ? ਦਿੱਲੀ ਤੋਂ ਆਗਰਾ ਐਕਸਪ੍ਰੈਸ ਨੂੰ। ਕਿਹਨਾਂ ਨੂੰ ਕਨੈਕਟ ਕਰੇਗਾ? ਦਿੱਲੀ ਤੋਂ ਆਗਰਾ ਐਕਸਪ੍ਰੈਸ ਨੂੰ। ਫਿਰ ਗੱਲ ਕਰਦੇ ਹਾਂ 7th ਨਿਊਜ਼ ਦੀ। ਕਹਿੰਦੇ ਫੋਲੋਇੰਗ ਕਿਹੜੀ ਪੇਮੈਂਟ ਐਗਰੀਗੇਟਰ ਨੇ ਸਾਈਨ ਕੀਤਾ MOU ਕਿਸ ਨਾਲ? IRCTC ਦੀ ਫੁੱਲ ਫਾਰਮ ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ। ਹਾਂਜੀ, ਕਿਹਨਾਂ ਨਾਲ ਸਾਈਨ ਕੀਤਾ ਜੀ? ਐਮਾਜ਼ੋਨ ਪੇ। ਠੀਕ ਹੈ, ਐਮਾਜ਼ੋਨ ਪੇ ਦੇ ਵਿੱਚ ਕੀ ਕਹਿੰਦੇ ਜੇ ਤੁਸੀਂ ਐਮਾਜ਼ੋਨ ਪੇ ਯੂਜ਼ ਕਰਦੇ ਹੋ, ਠੀਕ ਹੈ, ਉਹਨਾਂ ਦੇ ਵਿੱਚ ਆਪਣਾ ਅਕਾਊਂਟ ਕ੍ਰੀਏਟ ਕੀਤਾ ਹੋਇਆ, ਤਾਂ ਜਦੋਂ ਤੁਸੀਂ ਆਪਣੀ ਟਿਕਟ ਬੁੱਕ ਕਰਾਉਣ ਲੱਗਦੇ ਹੋ IRCTC ਦੀ ਥਰੂ ਐਮਾਜ਼ੋਨ ਪੇ, ਉਸ ਨਾਲ ਤੁਹਾਨੂੰ ਕੀ ਹੈ? ਵਾਊਚਰਸ ਵੀ ਮਿਲਣਗੇ। ਠੀਕ ਹੈ, ਡਿਸਕਾਊਂਟ ਵੀ ਮਿਲੇਗਾ ਸ਼ੋਪਿੰਗ ਕਰਨ ਵਾਸਤੇ। ਇਹ ਇਹਨਾਂ ਦਾ ਇੱਕ ਬੈਨੀਫਿਟ ਹੈ, ਜਿਸ ਨਾਲ ਤੁਹਾਨੂੰ ਕਾਫੀ ਫਾਇਦਾ ਹੋਏਗਾ ਐਮਾਜ਼ੋਨ ਪੇ ਦਾ ਥਰੂ IRCTC। ਟਿਕਟ ਵੀ ਬੁੱਕ ਕਰਾਓਗੇ, ਨਾਲ ਕੁਝ ਤੁਹਾਨੂੰ ਡਿਸਕਾਊਂਟ ਵੀ ਮਿਲੇਗਾ। ਇੰਡੀਅਨ ਰੇਲਵੇ ਬੋਰਡ ਦੇ ਚੇਅਰਪਰਸਨ ਦਾ ਕੀ ਨਾਮ ਹੈ ਜੀ? VK ਯਾਦਵ। ਇੰਡੀਅਨ ਰੇਲਵੇ ਦੇ CEO ਵੀ ਸੇਮ ਹੈ। CEO ਕੌਣ ਹੈ? VK ਯਾਦਵ। ਇਹ ਐਸਟੈਬਲਿਸ਼ ਕਦੋਂ ਹੋਇਆ ਸੀ ਜੀ? 1853 ਦੇ ਵਿੱਚ। IRCTC ਦਾ ਹੈੱਡਕੁਆਟਰ ਨਿਊ ਦਿੱਲੀ। ਕਲੀਅਰ। ਹੁਣ ਗੱਲ ਕਰਦੇ ਹਾਂ ਐਮਾਜ਼ੋਨ ਕਦੋਂ ਐਸਟੈਬਲਿਸ਼ ਹੋਇਆ ਸੀ ਜੀ? 1994 ਨੂੰ। ਹੁਣ ਇਹਦੇ ਫਾਊਂਡਰ ਦਾ ਕੀ ਨਾਮ ਹੈ ਜੀ? ਮਹੇਂਦਰ ਨੇਰੁਰਕਰ। ਹੈੱਡਕੁਆਟਰ ਕਿੱਥੇ ਹੈ ਐਮਾਜ਼ੋਨ ਦਾ? ਵਾਸ਼ਿੰਗਟਨ DC। ਕਲੀਅਰ। ਗੂਗਲ ਪੇ ਕਦੋਂ ਐਸਟੈਬਲਿਸ਼ ਹੋਇਆ ਸੀ? 2008 ਨੂੰ। ਇਹਦੇ ਫਾਊਂਡਰ ਦਾ ਕੀ ਨਾਮ ਹੈ? ਸੁਜੀਤ ਨਾਰਾਇਣਨ। ਹੈੱਡਕੁਆਟਰ ਕਿੱਥੇ ਹੈ ਇਹਦਾ? ਮਾਊਂਟਨ ਵਿਊ, ਕੈਲੀਫੋਰਨੀਆ, ਯੂਨਾਈਟਿਡ ਸਟੇਟਸ ਦੇ ਵਿੱਚ। ਫਿਰ ਆਉਂਦੇ ਹਾਂ ਏਅਰਟੈਲ ਮਨੀ ਵੱਲ। ਏਅਰਟੈਲ ਮਨੀ ਕਦੋਂ ਐਸਟੈਬਲਿਸ਼ ਹੋਇਆ ਸੀ? 2017 ਨੂੰ। ਇਹਦੇ ਫਾਊਂਡਰ ਦਾ ਕੀ ਨਾਮ ਹੈ ਜੀ? ਅਨੁਬ੍ਰਾਤਾ ਬਿਸਵਾਸ। ਇਹਦਾ ਹੈੱਡਕੁਆਟਰ ਕਿੱਥੇ ਹੈ? ਨਿਊ ਦਿੱਲੀ। SBI ਮਨੀ ਕਦੋਂ ਐਸਟੈਬਲਿਸ਼ ਹੋਇਆ ਸੀ? 1955 ਦੇ ਵਿੱਚ। ਇਹਦੇ ਫਾਊਂਡਰ ਦਾ ਕੀ ਨਾਮ ਹੈ? ਮਹਾਰਾਜਾ ਮਾਧੋ ਰਾਓ ਸਿੰਧੀਆ। ਹੈੱਡਕੁਆਟਰ ਕਿੱਥੇ ਹੈ SBI ਮਨੀ ਦਾ? ਮੁੰਬਈ ਦੇ ਵਿੱਚ। ਠੀਕ ਹੈ ਜੀ। ਚਲੋ ਹੁਣ ਰੁਕ ਕਰਦੇ ਹਾਂ ਆਪਣੀ 8 ਨਿਊਜ਼ ਵੱਲ। 8 ਨਿਊਜ਼ ਕਹਿੰਦੇ ਬਿਸ਼ੇਰ ਐਲ ਖਸ਼ਮਨੇ, ਜੋ ਕਿ ਨਿਊ PM ਬਣੇ, ਕਿਹੜੀ ਕੰਟਰੀ ਦੇ ਬਣੇ ਹੈ ਜੀ? ਜਾਰਡਨ ਦੇ। ਕਿਹਨਾਂ ਦੇ ਬਣੇ? ਜਾਰਡਨ ਦੇ। ਹੁਣ ਗੱਲ ਕਰਦੇ ਹਾਂ ਕੈਪੀਟਲ। ਜਾਰਡਨ ਦੀ ਰਾਜਧਾਨੀ ਦਾ ਨਾਮ ਹੈ ਅਮਾਨ। ਇਜਿਪਟ ਦੀ ਰਾਜਧਾਨੀ ਕਾਇਰੋ। ਓਮਾਨ ਦੀ ਰਾਜਧਾਨੀ ਮਸਕਟ। ਅਤੇ ਆਪਣੀ ਜਾਰਜੀਆ ਦੀ ਰਾਜਧਾਨੀ ਟੈਲੀਸੀ। ਕਲੀਅਰ ਹੈ ਜੀ। ਚਲੋ ਅੱਜ ਦੀ ਆਪਣੀ 9th ਨਿਊਜ਼। ਕਹਿੰਦੇ ਫੇਮਸ ਬਿਊਰੋਕਰੈਟ ਜਿਨ੍ਹਾਂ ਦਾ ਨਾਮ ਹੈ ਅਸ਼ਵਨੀ ਕੁਮਾਰ, ਪਾਸਡ ਅਵੇ ਹੋ ਗਏ। ਠੀਕ ਹੈ, ਜਿਨ੍ਹਾਂ ਦੀ ਉਮਰ ਜਸਟ 69 ਈਅਰ ਸੀ। ਉਹ ਕਹਿੰਦੇ ਕਿਹੜੇ ਡਿਪਾਰਟਮੈਂਟ ਦੇ ਡਾਇਰੈਕਟਰ ਸੀ? ਉਹ ਹੈਗੇ ਸੀ CBI ਦੇ ਡਾਇਰੈਕਟਰ। CBI ਦੀ ਫੁੱਲ ਫਾਰਮ ਕ੍ਰਾਈਮ ਬ੍ਰਾਂਚ ਇਨਵੈਸਟੀਗੇਸ਼ਨ। ਇਹ ਇੱਕ IPS ਆਫਿਸਰ ਅਧਿਕਾਰੀ ਵੀ ਰਹੇ ਹੈ। ਠੀਕ ਹੈ, ਕਿਹੜੇ ਬੈਚ ਦੇ? 1973 ਬੈਚ ਦੇ। ਇਹ 2 ਸਟੇਟ ਦੇ ਗਵਰਨਰ ਵੀ ਰਹਿ ਚੁੱਕੇ। ਕਿਹੜੀ? ਮਨੀਪੁਰ ਅਤੇ ਨਾਗਾਲੈਂਡ। ਡਾਇਰੈਕਟਰ ਵੀ ਰਹਿ ਚੁੱਕੇ ਸ਼ਿਮਲਾ ਯੂਨੀਵਰਸਿਟੀ ਦੇ। ਫਿਰ ਅੱਗੇ ਚੱਲਦੇ ਹਾਂ ਜੀ। ਅੱਜ ਦੀ ਆਪਣੀ 10th ਨਿਊਜ਼। ਅਸੀਂ ਰੀਸੈਂਟਲੀ 8 ਅਕਤੂਬਰ ਨੂੰ ਇੱਕ ਵਰਲਡ ਸਾਈਟ ਡੇ ਮਨਾਇਆ। ਕਿਹੜਾ? ਵਰਲਡ ਸਾਈਟ
ਡੇ। ਵਰਲਡ ਸਾਈਡ ਡੇ ਕਾਹਦੇ ਲਈ ਮਨਾਇਆ ਹੈ? ਬਲਾਈਂਡ ਪਰਸਨਸ ਲਈ, ਠੀਕ ਹੈ। ਉਹਨਾਂ ਨੂੰ ਇੱਕ ਨਵੀਂ ਦਿਸ਼ਾ ਦੇਣ ਲਈ, ਉਹਨਾਂ ਨੂੰ ਸਮਝਣ ਲਈ ਕਹਿੰਦੇ ਸਪੈਸ਼ਲ ਇੱਕ ਡੇ ਮਨਾਇਆ ਗਿਆ, ਜਿਸ ਦਾ ਇਸ ਵਾਰ ਥੀਮ ਕੀ ਰਿਹਾ? ਹੋਪ ਇਨ ਸਾਈਟ। ਇਹ ਇੰਪੋਰਟੈਂਟ ਹੈ ਬੱਚੇ, ਆ ਜਾਂਦਾ ਹੁੰਦਾ ਪੇਪਰਾਂ ਦੇ ਵਿੱਚ, ਥੀਮ ਪੁੱਛ ਲੈਂਦੇ ਆ ਛੋਟੇ ਛੋਟੇ। ਜਿਹਦਾ ਥੀਮ ਇਸ ਵਾਰ ਕੀ ਰਿਹਾ? ਹੋਪ ਇਨ ਸਾਈਟ। ਅਗਰ ਤੁਹਾਨੂੰ ਯਾਦ ਹੋਏ, ਇਸੇ ਦਿਨ ਆਪਾਂ ਇੱਕ 에ਅਰਫੋਰਸ ਡੇ ਮਨਾਇਆ ਸੀ 8 ਅਕਤੂਬਰ ਨੂੰ ਹੀ। ਕਿੰਨਵਾਂ 에ਅਰਫੋਰਸ ਡੇ ਸੀ? ਮੈਨੂੰ ਆਨਸਰ ਕਰੋ ਕਮੈਂਟ ਬਾਕਸ 'ਚ। ਅਸੀਂ ਇਸ ਵਾਰੀ ਕਿੰਨਵਾਂ 에ਅਰਫੋਰਸ ਡੇ ਮਨਾਇਆ, ਠੀਕ ਹੈ ਜੀ। ਚਲੋ ਅੱਗੇ ਚੱਲਦੇ ਹਾਂ ਬੱਚੇ। ਅੱਜ ਦੀ ਸਾਡੀ 11th ਨਿਊਜ਼ ਕਹਿੰਦੇ ਕਿਹੜੀ ਸੋਫਟਵੇਅਰ ਕੰਪਨੀ ਨੇ ਲਾਂਚ ਕੀਤਾ ਹੈ ਸਾਈਬਰ ਥ੍ਰੈਟ ਮੈਨੇਜਮੈਂਟ ਸੈਂਟਰਸ? ਕਿਹੜੀ ਸੋਫਟਵੇਅਰ ਕੰਪਨੀ ਨੇ ਲਾਂਚ ਕੀਤਾ ਜੀ? TCS। ਹੁਣ ਆਪਣੀ TCS ਦੀ ਫੁੱਲ ਫਾਰਮ ਕੀ ਹੈ? ਟਾਟਾ ਕੰਸਲਟੈਂਸੀ ਸਰਵਿਸਿਜ਼, ਠੀਕ ਹੈ। ਇਹਨਾਂ ਨੇ ਆਪਣੇ 10 ਸੈਂਟਰ ਖੋਲ੍ਹੇ ਆ ਅਲੱਗ ਅਲੱਗ ਦੇਸ਼ ਦੇ ਵਿੱਚ, ਜਿਨ੍ਹਾਂ ਦੇ ਵਿੱਚੋਂ 3 ਆਪਣੇ ਦੇਸ਼ ਪਾਰਟ ਹੈ, US, ਇੰਡੀਆ ਅਤੇ ਬ੍ਰਿਟੇਨ। ਕਲੀਅਰ ਹੈ ਜੀ। TCS ਦੀ ਆਪਾਂ ਨੂੰ ਫੁੱਲ ਫਾਰਮ ਪਤਾ ਲੱਗ ਗਈ, ਟਾਟਾ ਕੰਸਲਟੈਂਸੀ ਸਰਵਿਸਿਜ਼। ਇਹਦੀ ਐਸਟੈਬਲਿਸ਼ਮੈਂਟ ਕਦੋਂ ਹੋਈ ਸੀ? 1968 ਦੇ ਵਿੱਚ। ਇਹਦਾ ਹੈੱਡਕੁਆਟਰ ਕਿੱਥੇ ਹੈ? ਮੁੰਬਈ ਦੇ ਵਿੱਚ, ਠੀਕ ਹੈ ਜੀ। ਇਹਦਾ ਹੈੱਡਕੁਆਟਰ ਕਿੱਥੇ ਹੈ? ਮੁੰਬਈ ਦੇ ਵਿੱਚ। ਐਟ ਪ੍ਰੈਜ਼ੈਂਟ TCS ਦੇ CEO ਕੌਣ ਹੈ ਜੀ? ਰਾਜੇਸ਼ ਗੋਪੀਨਾਥ। ਫਿਰ ਗੱਲ ਕਰਦੇ ਹਾਂ ਇਨਫੋਸਿਸ। ਇਨਫੋਸਿਸ ਕਿਹੜੇ ਸਾਲ 'ਚ ਇਸਟੈਬਲਿਸ਼ ਹੋਇਆ ਸੀ? 1981 ਦੇ ਵਿੱਚ। ਇਨਫੋਸਿਸ ਦਾ ਹੈੱਡਕੁਆਟਰ ਕਿੱਥੇ ਹੈ? ਬੈਂਗਲੁਰੂ। ਇਹਦਾ CEO ਕੌਣ ਹੈ ਜੀ? ਸਲੀਲ ਪਾਰੇਖ। ਕੌਣ ਹੈ? ਸਲੀਲ ਪਾਰੇਖ। ਫਿਰ ਗੱਲ ਕਰਦੇ ਹਾਂ ਵਿਪਰੋ। ਵਿਪਰੋ ਕਿਹੜੇ ਸਾਲ 'ਚ ਇਸਟੈਬਲਿਸ਼ ਹੋਇਆ ਸੀ? 1945 ਦੇ ਵਿੱਚ। ਇਹਦਾ ਹੈੱਡਕੁਆਟਰ ਕਿੱਥੇ ਹੈ? ਬੈਂਗਲੁਰੂ। ਕਿੱਥੇ ਹੈ ਜੀ? ਬੈਂਗਲੁਰੂ। ਕਿਹੜੇ CEO ਇਹ ਡਿਪਾਰਟਮੈਂਟ ਸੰਭਾਲ ਰਹੇ ਹੈ? ਥਾਇਰੇ ਦਲਾ ਪੋਟੇ। ਥਾਇਰੇ ਦਲਾ ਪੋਟੇ। ਲਾਸਟ ਆਪਣਾ ਆਉਂਦਾ HCL। HCL ਕਿਹੜੇ ਸਾਲ 'ਚ ਐਸਟੈਬਲਿਸ਼ ਹੋਇਆ ਸੀ? 1976 ਦੇ ਵਿੱਚ। ਇਹਦਾ ਹੈੱਡਕੁਆਟਰ ਕਿੱਥੇ ਹੈ? ਨੋਇਡਾ। ਇਹਦੇ CEO ਕੌਣ ਹੈ? C ਵਿਜੇ ਕੁਮਾਰ। C ਵਿਜੇ ਕੁਮਾਰ। ਅੱਗੇ ਚੱਲਦੇ ਹਾਂ ਬੱਚੇ। ਅੱਜ ਸਾਡੀ ਲਾਸਟ ਨਿਊਜ਼ ਕਹਿੰਦੇ ਕਿਹੜੀ ਇੰਡੀਅਨ ਕੰਪਨੀ ਨੇ ਐਕਵਾਇਰ ਕੀਤਾ ਹੈ US ਬੇਸ ਕੰਪਨੀ? US ਬੇਸ ਕੰਪਨੀ ਐਕਵਾਇਰ ਕੀਤੀ ਹੈ। ਕੰਪਨੀ ਦਾ ਨਾਮ ਕੀ ਹੈ? ਬਲੂ ਐਕਰੋਨ ICI। ਬਲੂ ਐਕਰੋਨ ICI। ਇਹਨਾਂ ਨੇ ਕਿੰਨੇ ਲਾਗਤ ਦੇ ਵਿੱਚ ਇਹਨੂੰ ਪਰਚੇਜ਼ ਕੀਤਾ ਹੈ, ਐਕਵਾਇਰ ਕੀਤਾ ਹੈ? $125 ਮਿਲੀਅਨ ਲਾਗਤ ਦੇ ਵਿੱਚ, ਠੀਕ ਹੈ। ਕਹਿੰਦੇ ਜਿਹੜਾ ਬਲੂ ਐਕਰੋਨ ICI ਹੈ ਕਦੋਂ ਐਸਟੈਬਲਿਸ਼ ਹੋਇਆ ਸੀ ਜੀ? 2008 ਦੇ ਵਿੱਚ ਇਹ ਐਸਟੈਬਲਿਸ਼ ਹੋਇਆ ਸੀ। ਕਲੀਅਰ ਹੈ ਬੱਚੇ? ਹਾਂਜੀ। ਕਿਹੜੀ ਕੰਪਨੀ ਨੇ, ਆਪਣੀ ਇੰਡੀਅਨ ਕੰਪਨੀ ਨੇ ਐਕਵਾਇਰ ਕੀਤਾ ਹੈ? ਇਨਫੋਸਿਸ। ਬਾਕੀ ਆਪਾਂ ਡਿਪਾਰਟਮੈਂਟ ਦੀ ਡਿਟੇਲ 11 ਕੁਐਸਚਨ ਡਿਸਕਸ ਕਰ ਚੁੱਕੇ ਹਾਂ, ਠੀਕ ਹੈ ਬੱਚੇ। ਅਗਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਏ ਤਾਂ ਪਲੀਜ਼ ਲਾਈਕ ਕਰੋ, ਕਮੈਂਟ ਕਰੋ, ਸ਼ੇਅਰ ਕਰੋ ਜਿੰਨਾ ਹੋ ਸਕੇ, ਤਾਂ ਕਿ ਸਾਰੇ ਬੱਚਿਆਂ ਤੱਕ ਇਹ ਨਿਊਜ਼ ਆਪਣੀ ਡੇਲੀ ਅਪਡੇਟਸ ਪਹੁੰਚ ਸਕਣ। ਅਤੇ ਸਬਸਕ੍ਰਾਈਬ ਦਾ ਬੈਲ ਆਈਕਨ ਦਬਾਉਣਾ ਨਾ ਭੁੱਲਿਓ। ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ।